ਵੈਲਕਮ ਹੈ ਜੀ ਸਭ ਦਾ ਆਪਣੇ YouTube ਚੈਨਲ ਦੇ ਉੱਪਰ। ਔਰ ਸਾਥੀਓ, ਆਪਣੀ ਵਿਆਕਰਨ ਦੀ ਸੀਰੀਜ਼ ਚੱਲ ਰਹੀ ਸੀ ਜਿਸ ਦੇ ਵਿੱਚ ਅਸੀਂ ਸ਼ਬਦ ਬੋਧ ਕਰ ਰਹੇ ਸੀਗੇ। ਧੁਨੀ ਬੋਧ ਪਾਰਟ ਜਿਹੜਾ ਆਪਣਾ ਕੰਪਲੀਟ ਹੋ ਚੁੱਕਿਆ। ਸ਼ਬਦ ਬੋਧ ਦੇ ਵਿੱਚ ਅਸੀਂ ਵਿਕਾਰੀ ਸ਼ਬਦਾਂ ਦੇ ਵਿੱਚੋਂ ਨਾਮ ਅਤੇ ਪੜਨਾਮ ਇਹ ਦੋਨੋਂ ਕਰ ਚੁੱਕੇ ਹਾਂ। ਅੱਜ ਆਪਾਂ ਵਿਸ਼ੇਸ਼ਣ ਔਰ ਕਿਰਿਆ ਇਹ ਦੋਨੋਂ ਪਾਰਟ ਹੈ ਜਿਹੜੇ ਕਰਾਂਗੇ। ਤਾਂ ਇਹ ਟੌਪਿਕ ਹੈ ਜਿਹੜਾ ਪੰਜਾਬ ਦੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮ ਹੋ ਰਹੇ ਨੇ ਸਾਰਿਆਂ ਦੇ ਲਈ, ਔਰ ਸਪੈਸ਼ਲੀ ETT 5994 ਦਾ ਸਿਲੇਬਸ ਲੈ ਕੇ ਮੈਂ ਚੱਲ ਰਿਹਾ। ਔਰ PS ਟੈਟ ਦੇ ਵਿੱਚ ਵੀ ਇਹ ਸਿਲੇਬਸ ਹੈਗਾ। PS ਟੈਟ ਜੇ ਕੋਈ ਤਿਆਰੀ ਕਰ ਰਿਹਾ ਤਾਂ ਉਹ ਵੀ ਇਹ ਵੀਡੀਓ ਲਗਾ ਸਕਦਾ। ਤਾਂ ਅੱਜ ਆਪਾਂ ਵਿਕਾਰੀ ਸ਼ਬਦਾਂ ਦੇ ਵਿੱਚ ਨਾਮ ਪੜਨਾਮ ਆਪਾਂ ਕਰ ਚੁੱਕੇ ਹਾਂ, ਅਤੇ ਅੱਜ ਆਪਾਂ ਵਿਸ਼ੇਸ਼ਣ ਅਤੇ ਕਿਰਿਆ ਜਿਹੜੀ ਉਹ ਅੱਜ ਆਪਾਂ ਕਰਾਂਗੇ। ਤਾਂ ਆਪਾਂ ਕਰਦੇ ਹਾਂ ਸ਼ੁਰੂ ਵਿਸ਼ੇਸ਼ਣ ਔਰ ਕਿਰਿਆ। ਤਾਂ ਸਾਥੀਓ, ਵਿਸ਼ੇਸ਼ਣ ਕੀ ਹੁੰਦਾ ਹੈ? ਜਿਸ ਤੋਂ ਸਾਨੂੰ ਕਿਸੇ ਵੀ ਨਾਮ ਪੜਨਾਮ ਜਾਂ ਕਿਸੇ ਵੀ ਚੀਜ਼ ਦੀ ਵਿਸ਼ੇਸ਼ਤਾ ਦਾ ਪਤਾ ਲੱਗੇ, ਉਹ ਵਿਸ਼ੇਸ਼ਣ ਹੁੰਦਾ। ਤਾਂ ਆਪਾਂ ਹੁਣ ਇਹਦੀ ਡੈਫੀਨੇਸ਼ਨ ਕਰਦੇ ਹਾਂ। ਤਾਂ ਦੇਖੋ, ਵਿਸ਼ੇਸ਼ਣ ਸਾਡਾ ਟੌਪਿਕ ਹੈ ਵਿਸ਼ੇਸ਼ਣ ਅਤੇ ਉਸਦੀਆਂ ਕਿਸਮਾਂ। ਪੰਜਾਬੀ ਵਿੱਚ ਸ਼ਬਦਾਂ ਦੀ ਇੱਕ ਹੋਰ ਸ਼੍ਰੇਣੀ ਦਾ ਨਾਮ ਵਿਸ਼ੇਸ਼ਣ ਹੈ। ਕਹਿੰਦੇ ਜਿਹੜਾ ਸ਼ਬਦ ਕਿਸੇ ਨਾਮ ਜਾਂ ਪੜਨਾਮ ਦੀ ਕੋਈ ਵਿਸ਼ੇਸ਼ਤਾ ਦਰਸਾਏ ਉਸ ਨੂੰ ਵਿਆਕਰਨ ਦੀ ਵਿਸ਼ੇਸ਼ਣ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ। ਮਤਲਬ ਜਿਹੜਾ ਸ਼ਬਦ ਸਾਨੂੰ ਕਿਸੇ ਨਾਮ ਜਾਂ ਪੜਨਾਮ ਦੀ ਵਿਸ਼ੇਸ਼ਤਾ ਦੱਸਦਾ ਹੈ ਤਾਂ ਉਹਨੂੰ ਅਸੀਂ ਵਿਸ਼ੇਸ਼ਣ ਕਹਿੰਦੇ ਹਾਂ। ਉਹ ਕਿਹੜੇ ਸ਼ਬਦ ਨੇ? ਜਿਵੇਂ ਆਪਾਂ ਦੇਖਦੇ ਹਾਂ ਲਾਲ ਪੱਗ। ਲਾਲ ਪੱਗ ਦੇ ਵਿੱਚ ਜਿਹੜਾ ਲਾਲ ਸ਼ਬਦ ਹੈ ਉਹ ਪੱਗ ਦੀ ਵਿਸ਼ੇਸ਼ਤਾ ਦੱਸ ਰਿਹਾ। ਤਾਂ ਇਟ ਮੀਨਸ ਲਾਲ ਹੈ ਜਿਹੜਾ ਉਹ ਕੀ ਹੋ ਗਿਆ? ਵਿਸ਼ੇਸ਼ਣ ਹੋ ਗਿਆ। ਕੁਝ ਲੋਕ, ਅਤੇ ਇਹਦੇ ਵਿੱਚ ਕੁਝ ਕੀ ਹੋ ਗਿਆ? ਵਿਸ਼ੇਸ਼ਣ। ਵੱਡੀ ਲੜਕੀ, ਤਾਂ ਵੱਡੀ ਕੀ ਹੋ ਗਿਆ? ਵਿਸ਼ੇਸ਼ਣ। ਕਾਲਾ ਗੁਲਾਬ, ਤਾਂ ਕਾਲਾ ਗੁਲਾਬ ਦੀ ਕੀ ਹੋ ਗਈ? ਵਿਸ਼ੇਸ਼ਤਾ ਦੱਸਦਾ ਹੈ। ਤਾਂ ਕਾਲਾ ਸ਼ਬਦ ਕੀ ਹੋ ਗਿਆ? ਵਿਸ਼ੇਸ਼ਣ ਹੋ ਗਿਆ। ਹੁਣ ਇਹਨਾਂ ਨੇ ਉਹੀ ਚੀਜ਼ ਜਿਹੜੀ ਮੈਂ ਤੁਹਾਨੂੰ ਕੱਲੀ ਕਰਕੇ ਦੱਸਦੀ, ਕ੍ਰਮਵਾਰ ਲਾਲ, ਕੁਝ, ਵੱਡੀ ਅਤੇ ਕਾਲਾ, ਇਹ ਕੀ ਨੇ? ਵਿਸ਼ੇਸ਼ਣ ਹਨ। ਇਹਨਾਂ ਨੇ ਇੱਥੇ ਲਾਲ ਲਿਖਤਾ ਬਟ ਲਾਲ ਨਹੀਂ, ਕਾਲਾ, ਇਹ ਕੀ ਆ? ਵਿਸ਼ੇਸ਼ਣ ਨੇ। ਤਾਂ ਹੁਣ ਇਸ ਤੋਂ ਬਾਅਦ ਆਪਾਂ ਕਰਦੇ ਹਾਂ ਕਿ ਵਿਸ਼ੇਸ਼ਣ ਹੈ ਜਿਹੜਾ ਉਹਦੀਆਂ ਕਿਸਮਾਂ ਕਿੰਨੀਆਂ ਨੇ। ਵਿਸ਼ੇਸ਼ਣ ਦੀਆਂ ਜਿਹੜੀਆਂ ਕਿਸਮਾਂ ਨੇ ਉਹ ਕਿੰਨੀਆਂ ਨੇ? ਕਹਿੰਦੇ ਅਰਥ ਦੇ ਪੱਖੋਂ ਵਿਸ਼ੇਸ਼ਣ ਦੀਆਂ ਕਿਸਮਾਂ। ਕਹਿੰਦੇ ਇਸ ਆਧਾਰ 'ਤੇ ਵਿਸ਼ੇਸ਼ਣ ਦਾ ਵਰਗੀਕਰਨ ਕਰਦਿਆਂ ਇਹ ਦੇਖਿਆ ਗਿਆ ਹੈ ਕਿ ਵਿਸ਼ੇਸ਼ਣ ਸ਼੍ਰੇਣੀ ਦੇ ਸ਼ਬਦ ਕਿਸ ਤਰ੍ਹਾਂ ਦੇ ਅਰਥ ਸੰਚਾਰ ਕਰਦੇ ਹਨ। ਇਸੇ ਪੱਖੋਂ 5 ਕਿਸਮਾਂ ਜਿਹੜੀਆਂ ਵਿਸ਼ੇਸ਼ਣ ਦੀਆਂ ਨੇ, 5 ਕਿਸਮਾਂ ਨੇ ਜਿਹੜੀਆਂ ਉਹ ਵਿਸ਼ੇਸ਼ਣ ਦੀਆਂ ਨੇ। ਗੁਣਵਾਚਕ ਵਿਸ਼ੇਸ਼ਣ, ਸੰਖਿਆਵਾਚਕ ਵਿਸ਼ੇਸ਼ਣ, ਪਰਿਮਾਣਵਾਚਕ ਜਾਂ ਮਿਣਤੀਵਾਚਕ ਵਿਸ਼ੇਸ਼ਣ, ਨਿਸ਼ਚੇਵਾਚਕ ਵਿਸ਼ੇਸ਼ਣ ਅਤੇ ਪੜਨਾਮੀ ਵਿਸ਼ੇਸ਼ਣ। ਇਹ ਸਾਡੇ ਕੋਲ 5 ਕਿਸਮਾਂ ਹੋ ਗਈਆਂ। ਤਾਂ ਮੈਂ ਤੁਹਾਨੂੰ ਇੱਕ ਫਾਰਮੂਲਾ ਯਾਦ ਕਰਦਾ ਕਿ ਕਈ ਵਾਰੀ ਸਾਨੂੰ ਪੇਪਰ ਦੇ ਵਿੱਚ ਸਿੱਧੀਆਂ ਕਿਸਮਾਂ ਹੀ ਪੁੱਛੀਆਂ ਜਾਂਦੀਆਂ ਨੇ। ਤਾਂ ਇੱਕ ਫਾਰਮੂਲਾ ਆਪਣੇ ਕੋਲ ਨਾਮ, ਪੜਨਾਮ ਅਤੇ ਵਿਸ਼ੇਸ਼ਣ। ਹੁਣ ਅੱਗੇ ਮੇਰੇ ਕੋਲ ਸਪੇਸ ਨਹੀਂ, ਆਪਾਂ ਨਾਣਾ ਥੱਲੇ ਪਾ ਲੈਂਦੇ ਹਾਂ। ਇਹਦੇ ਵਾਸਤੇ 565 ਦਾ ਫਾਰਮੂਲਾ, 565। ਨਾਮ ਦੀਆਂ ਜਿਹੜੀਆਂ ਕਿਸਮਾਂ ਉਹ 5 ਹੁੰਦੀਆਂ ਨੇ, ਪੜਨਾਮ ਦੀਆਂ ਕਿਸਮਾਂ 6 ਹੁੰਦੀਆਂ ਨੇ, ਅਤੇ ਵਿਸ਼ੇਸ਼ਣ ਦੀਆਂ ਕਿਸਮਾਂ ਵੀ 5 ਹੁੰਦੀਆਂ ਨੇ। ਇਹ ਤੁਸੀਂ 565 ਦਾ ਫਾਰਮੂਲਾ ਯਾਦ ਰੱਖਣਾ ਹੈ। ਨਾਮ, ਪੜਨਾਮ, ਵਿਸ਼ੇਸ਼ਣ 565। ਤਾਂ ਨਾਮ ਦੀਆਂ ਕਿਸਮਾਂ 5, ਪੜਨਾਮ ਦੀਆਂ ਕਿਸਮਾਂ 6 ਅਤੇ ਵਿਸ਼ੇਸ਼ਣ ਦੀਆਂ ਕਿਸਮਾਂ 5। ਇਹ ਤੁਸੀਂ ਯਾਦ ਰੱਖਣਾ ਹੈ। ਹੁਣ ਸਭ ਤੋਂ ਪਹਿਲਾਂ ਆਪਾਂ ਪਹਿਲੀ ਕਿਸਮ ਹੈ ਜਿਹੜੀ ਉਹਦੇ ਬਾਰੇ ਡਿਸਕਸ ਕਰਦੇ ਹਾਂ। ਪਹਿਲੀ ਕਿਸਮ ਹੈ ਗੁਣਵਾਚਕ ਵਿਸ਼ੇਸ਼ਣ। ਗੁਣਵਾਚਕ ਵਿਸ਼ੇਸ਼ਣ ਜਿਹੜੇ ਵਿਸ਼ੇਸ਼ਣ ਆਪਣੇ ਵਿਸ਼ੇਸ਼ ਦੇ ਗੁਣ ਜਾਂ ਔਗਣ, ਆਕਾਰ, ਅਵਸਥਾ ਪ੍ਰਗਟ ਕਰਨ, ਉਹਨਾਂ ਨੂੰ ਗੁਣਵਾਚਕ ਵਿਸ਼ੇਸ਼ਣ ਕਹਿੰਦੇ ਹਨ। ਜਿਵੇਂ ਕਾਲਾ, ਮੋਟਾ, ਬੁਰਾ, ਸੋਹਣਾ, ਬਦਨਾਮ ਆਦਿ। ਇਹ ਸ਼ਬਦ ਕੀ ਨੇ? ਗੁਣਵਾਚਕ ਵਿਸ਼ੇਸ਼ਣ ਨੇ। ਕਿਹੜੇ ਸ਼ਬਦ ਨੇ? ਗੁਣਵਾਚਕ ਵਿਸ਼ੇਸ਼ਣ। ਤਾਂ ਗੁਣਵਾਚਕ ਵਿਸ਼ੇਸ਼ਣ ਦੀਆਂ ਨਾ ਅੱਗੇ ਆਪਾਂ ਨੂੰ 3 ਅਵਸਥਾਵਾਂ ਮਿਲਦੀਆਂ ਨੇ। ਇਹ ਤੁਸੀਂ ਯਾਦ ਰੱਖਣਾ ਹੈ ਕਿ ਗੁਣਵਾਚਕ ਵਿਸ਼ੇਸ਼ਣ ਦੀਆਂ ਕਿੰਨੀਆਂ ਅਵਸਥਾਵਾਂ ਹੁੰਦੀਆਂ ਨੇ? 3 ਅਵਸਥਾਵਾਂ ਹੁੰਦੀਆਂ ਨੇ। ਤਾਂ ਹੁਣ ਆਪਾਂ ਇੱਕ ਇੱਕ ਕਰਕੇ ਡਿਸਕਸ ਕਰਦੇ ਹਾਂ ਕਿ ਉਹ 3 ਅਵਸਥਾਵਾਂ ਕੀ ਨੇ। ਤਾਂ ਪਹਿਲੀ ਅਵਸਥਾ ਹੈ ਸਧਾਰਨ ਅਵਸਥਾ, ਦੂਜੀ ਹੈ ਅਧਿਕਤਰ ਅਵਸਥਾ ਅਤੇ ਤੀਜੀ ਹੈ ਅਧਿਕਤਮ ਅਵਸਥਾ। ਸਭ ਤੋਂ ਪਹਿਲਾਂ ਆਪਾਂ ਸਧਾਰਨ ਅਵਸਥਾ ਦੇ ਬਾਰੇ ਡਿਸਕਸ ਕਰਦੇ ਹਾਂ। ਕਹਿੰਦੇ ਇਸ ਅਵਸਥਾ ਵਿੱਚ ਕਿਸੇ ਨਾਮ ਜਾਂ ਪੜਨਾਮ ਦੇ ਵਿਸ਼ੇਸ਼ਣ ਦੀ ਕਿਸੇ ਦੂਸਰੇ ਨਾਮ ਜਾਂ ਪੜਨਾਮ ਦੇ ਵਿਸ਼ੇਸ਼ਣ ਨਾਲ ਤੁਲਨਾ ਨਹੀਂ ਕੀਤੀ ਜਾਂਦੀ, ਸਗੋਂ ਆਮ ਸਧਾਰਨ ਰੂਪ ਵਿੱਚ ਉਸ ਦਾ ਗੁਣ ਔਗੁਣ ਦੱਸਿਆ ਜਾਂਦਾ ਹੈ। ਮਤਲਬ ਤੁਸੀਂ ਇਹ ਸਾਫ਼ ਹੈ ਕਿ ਇਹ ਜਿਹੜਾ ਵਿਸ਼ੇਸ਼ਣ ਹੈ ਇਹਦੇ ਵਿੱਚ ਕਿਸੇ ਦੀ ਆਪਾਂ ਕੀ ਹੈ? ਤੁਲਨਾ ਨਹੀਂ ਕਰਦੇ। ਸਿਰਫ ਉਹਦਾ ਸਧਾਰਨ ਰੂਪ ਦੇ ਵਿੱਚ ਕੀ ਦੱਸਿਆ ਜਾਂਦਾ ਹੈ ਕਿ ਉਹਦਾ ਗੁਣ ਹੈ ਜਾਂ ਔਗਣ ਉਹ ਦੱਸਿਆ ਜਾਂਦਾ ਹੈ। ਜਿਵੇਂ ਰਵੀ ਸਿਆਣਾ ਵਿਦਿਆਰਥੀ ਹੈ। ਹੁਣ ਅਸਲ ਦੇ ਵਿੱਚ ਇਹ ਤੁਹਾਨੂੰ ਤਿੰਨੇ ਅਵਸਥਾਵਾਂ ਕਲੀਅਰ ਹੋਣਗੀਆਂ ਜਦੋਂ ਆਪਾਂ ਤਿੰਨੇ ਕਰ ਲਾਂਗੇ। ਹੁਣ ਆਪਾਂ ਦੂਸਰੀ ਅਵਸਥਾ ਕਰਦੇ ਹਾਂ। ਦੂਸਰੀ ਅਵਸਥਾ ਕੀ ਹੈ ਸਾਡੀ? ਅਧਿਕਤਰ ਅਵਸਥਾ। ਕਹਿੰਦੇ ਇਸ ਅਵਸਥਾ ਵਿੱਚ ਗੁਣ ਜਾਂ ਔਗਣ ਕਰਕੇ 2 ਵਸਤੂਆਂ ਵਿਚਕਾਰ ਟਾਕਰਾ ਕੀਤਾ ਜਾਂਦਾ ਹੈ।
ਇਸ ਨੂੰ ਦੂਸਰੇ ਨਾਲੋਂ ਜਾਂ ਇਸ ਨੂੰ ਨਹੀਂ ਇੱਕ ਨੂੰ ਦੂਸਰੇ ਨਾਲੋਂ ਵੱਧ ਦੱਸਿਆ ਜਾਂਦਾ ਹੈ। ਜਿਵੇਂ ਰਵੀ ਸਵੀ ਨਾਲੋਂ ਵਧੇਰੇ ਸਿਆਣਾ ਵਿਦਿਆਰਥੀ ਹੈ। ਹੁਣ ਦੋ ਲੋਕਾਂ ਦੇ ਵਿੱਚ ਆਪਾਂ ਦੋ ਵਿਅਕਤੀਆਂ ਦੇ ਵਿੱਚ ਆਪਾਂ ਤੁਲਨਾ ਕੀਤੀ ਹੈ, ਦੋ ਵਿਦਿਆਰਥੀਆਂ ਦੇ ਵਿੱਚ ਤੁਲਨਾ ਕੀਤੀ ਹੈ ਰਵੀ ਤੇ ਸਵੀ ਦੇ ਵਿੱਚ, ਤਾਂ ਇਹ ਹੋ ਗਈ ਅਧਿਕਤਰ ਅਵਸਥਾ। ਤੇ ਜਦੋਂ ਹੁੰਦੀ ਹੈ ਅਧਿਕਤਮ ਅਵਸਥਾ, ਉਹਦੇ ਵਿੱਚ ਅਸੀਂ ਕੀ ਕਰਨਾ ਹੁੰਦਾ ਹੈ, ਕਹਿੰਦੇ ਇਸ ਅਵਸਥਾ ਵਿੱਚ ਦੋ ਤੋਂ ਵਧੇਰੇ ਵਿਸ਼ੇਸ਼ਾਂ ਦੀ ਆਪਸ ਵਿੱਚ ਤੁਲਨਾ ਕੀਤੀ ਜਾਂਦੀ ਹੈ ਅਤੇ ਇੱਕ ਨੂੰ ਬਾਕੀ ਵਿਸ਼ੇਸ਼ਾਂ ਨਾਲੋਂ ਚੰਗਾ ਜਾਂ ਮੰਦਾ ਦੱਸਿਆ ਜਾਂਦਾ ਹੈ। ਜਿਵੇਂ ਰਵੀ ਸਭ ਨਾਲੋਂ ਸਿਆਣਾ ਵਿਦਿਆਰਥੀ ਹੈ। ਤਾਂ ਜੇ ਹੁਣ ਕਿਸੇ ਵਿਅਕਤੀ ਦੀ ਤੁਸੀਂ ਸਧਾਰਨ ਸ਼ਬਦਾਂ ਦੇ ਵਿੱਚ ਸਿਰਫ ਆਮ ਰੂਪ ਵਿੱਚ ਉਹਦੇ ਗੁਣ ਜਾਂ ਔਗਣ ਦੱਸਣੇ ਆ, ਉਹਦਾ ਕੰਪੈਰੀਜ਼ਨ ਕਿਸੇ ਨਾਲ ਨਹੀਂ ਹੈਗਾ, ਤਾਂ ਉਹ ਸਧਾਰਨ ਅਵਸਥਾ ਹੈ। ਜੇ ਤੁਸੀਂ ਦੋ ਦੀ ਤੁਲਨਾ ਕਰਦੇ ਹੋ, ਜਿਵੇਂ ਰਵੀ ਨਾਲੋਂ ਸਵੀ ਜ਼ਿਆਦਾ ਸਿਆਣਾ ਹੈ, ਤਾਂ ਫਿਰ ਅਧਿਕਤਰ ਅਵਸਥਾ ਹੈ। ਤੇ ਜੇ ਤੁਸੀਂ ਜ਼ਿਆਦਿਆਂ ਦੇ ਵਿੱਚੋਂ ਕਿਸੇ ਇੱਕ ਨੂੰ ਸਰਵਸ਼੍ਰੇਸ਼ਟ ਮੰਨਦੇ ਹੋ, ਤਾਂ ਉਹ ਅਧਿਕਤਮ ਅਵਸਥਾ ਹੈ। ਜਿਵੇਂ ਰਵੀ ਸਭ ਨਾਲੋਂ ਸਿਆਣਾ ਵਿਦਿਆਰਥੀ ਹੈ, ਤਾਂ ਉਹ ਅਧਿਕਤਮ ਅਵਸਥਾ ਹੈ। ਆਈ ਥਿੰਕ ਤੁਹਾਨੂੰ ਸਧਾਰਨ ਅਵਸਥਾ, ਅਧਿਕਤਰ ਅਵਸਥਾ ਤੇ ਅਧਿਕਤਮ ਅਵਸਥਾ ਚੰਗੀ ਤਰ੍ਹਾਂ ਸਮਝ ਆ ਗਈ ਹੋਵੇਗੀ। ਇਹ ਗੁਣਵਾਚਕ ਵਿਸ਼ੇਸ਼ਣ ਦੀਆਂ ਤਿੰਨ ਅਵਸਥਾਵਾਂ ਨੇ। ਤਾਂ ਇਹਨਾਂ ਦੀਆਂ ਕੁਝ ਐਗਜ਼ਾਮਪਲਸ ਮੈਂ ਤੁਹਾਡੇ ਨਾਲ ਡਿਸਕਸ ਕਰ ਲੈਣਾ। ਜਿਵੇਂ ਉੱਚਾ, ਉਚੇਰਾ ਤੇ ਸਭ ਤੋਂ ਉੱਚਾ। ਪਹਿਲੀ ਸਧਾਰਨ ਅਵਸਥਾ, ਦੂਜੀ ਅਧਿਕਤਰ ਅਵਸਥਾ ਤੇ ਤੀਜੀ ਅਧਿਕਤਮ ਅਵਸਥਾ। ਚੰਗਾ, ਚੰਗੇਰਾ ਤੇ ਸਭ ਤੋਂ ਚੰਗਾ। ਲੰਮਾ, ਲੰਮੇਰਾ ਤੇ ਸਭ ਤੋਂ ਲੰਮਾ। ਇਹ ਪਹਿਲੀ ਸਧਾਰਨ ਅਵਸਥਾ, ਦੂਜੀ ਅਧਿਕਤਰ ਅਵਸਥਾ ਤੇ ਤੀਜੀ ਜਿਹੜੀ ਹੈਗੀ ਹੈ ਸਾਡੇ ਕੋਲ, ਉਹ ਹੈਗੀ ਹੈ ਜੀ ਅਧਿਕਤਮ ਅਵਸਥਾ। ਤਾਂ ਗੁਣਵਾਚਕ ਵਿਸ਼ੇਸ਼ਣ ਦੀਆਂ ਤਿੰਨ ਅਵਸਥਾਵਾਂ ਹੁੰਦੀਆਂ ਨੇ। ਤਾਂ ਇਸ ਤੋਂ ਅੱਗੇ ਆਪਾਂ ਅਗਲੇ ਕੁਐਸਚਨ ਵੱਲ ਨਹੀਂ, ਅਗਲੇ ਪਾਰਟ ਵੱਲ ਵਧਦੇ ਹਾਂ। ਅਗਲੇ ਜਿਹੜੇ ਕਿਸਮ ਹੈ ਉਹ ਹੁੰਦੀ ਸੰਖਿਆਵਾਚਕ ਵਿਸ਼ੇਸ਼ਣ। ਕਹਿੰਦੇ ਜਿਹੜੇ ਵਿਸ਼ੇਸ਼ਣ ਆਪਣੇ ਵਿਸ਼ੇਸ਼ਾਂ ਦੀ ਗਿਣਤੀ ਜਾਂ ਦਰਜਾ ਆਦਿ ਦੱਸਣ ਸੰਖਿਆਵਾਚਕ ਵਿਸ਼ੇਸ਼ਣ ਹੁੰਦੇ ਹਨ। ਜਿਵੇਂ ਪਹਿਲਾ, ਦੂਜਾ, ਸਾਰੇ, ਢਾਈ, ਪੰਜੇ, ਦੂਣਾ ਆਦਿ। ਤਾਂ ਇਹ ਕੀ ਹੈ, ਸੰਖਿਆ ਦੱਸਦੇ ਆ ਮੇਨਲੀ ਸਾਨੂੰ। ਤਾਂ ਉਸ ਤੋਂ ਬਾਅਦ ਇਹ ਜਿਹੜਾ ਸੰਖਿਆਵਾਚਕ ਵਿਸ਼ੇਸ਼ਣ ਹੁੰਦਾ ਹੈ, ਇਹਦੀਆਂ 7 ਉਪ ਕਿਸਮਾਂ ਹੁੰਦੀਆਂ ਨੇ। ਇਹਨਾਂ ਨੂੰ ਆਪਾਂ ਇੱਕ ਇੱਕ ਕਰਕੇ ਡਿਸਕਸ ਕਰਦੇ ਹਾਂ। ਸੰਖਿਆਵਾਚਕ ਵਿਸ਼ੇਸ਼ਣ ਦੀਆਂ 7 ਉਪ ਕਿਸਮਾਂ ਹਨ। ਨੰਬਰ 1 ਤੇ ਸਧਾਰਨ। ਕਹਿੰਦੇ ਉਹ ਵਿਸ਼ੇਸ਼ਣ ਜੋ ਆਪਣੇ ਵਿਸ਼ੇਸ਼ ਦੀ ਪੂਰੀ ਗਿਣਤੀ ਦੱਸਣ। ਜਿਵੇਂ 1, 2, 5, 10, 8, ਇਹ ਸਾਰੀ ਕੀ ਹੈ, ਸਧਾਰਨ ਰੂਪ ਵਿੱਚ ਸਾਨੂੰ ਦੱਸ ਰਹੇ ਨੇ ਪੂਰੀ ਗਿਣਤੀ। ਤਾਂ ਇਹਨੂੰ ਅਸੀਂ ਸਧਾਰਨ ਸੰਖਿਆਵਾਚਕ ਵਿਸ਼ੇਸ਼ਣ ਕਹਿੰਦੇ ਹਾਂ। ਦੂਜੀ ਜਿਹੜੀ ਕਿਸਮ ਹੈਗੀ ਹੈ ਸਾਡੇ ਕੋਲ, ਉਹ ਹੈਗੀ ਹੈ ਜੀ ਕਰਮਵਾਚੀ। ਕਹਿੰਦੇ ਉਹ ਵਿਸ਼ੇਸ਼ਣ ਜੋ ਗਿਣਤੀ ਕਰਕੇ ਆਪਣੇ ਵਿਸ਼ੇਸ਼ਾਂ ਦੀ ਯੋਗਤਾ ਜਾਂ ਨੰਬਰ ਜਾਂ ਦਰਜਾ ਦੱਸਣ। ਜਿਵੇਂ ਪਹਿਲਾ, ਦੂਜਾ, 100ਵਾਂ, 1000ਵਾਂ। ਇਹ ਕ੍ਰਮ ਦੱਸਦੇ ਆ ਸਾਨੂੰ, ਇਸ ਕਰਕੇ ਇਹਨਾਂ ਨੂੰ ਕ੍ਰਮਵਾਚੀ ਕਿਹਾ ਗਿਆ। ਬਹੁਤ ਹੀ ਸੌਖੇ ਨੇ। ਜਿਹੜਾ ਕ੍ਰਮ ਦੱਸੇ, ਮਤਲਬ ਇਹ ਪਹਿਲਾ ਸਥਾਨ ਆਇਆ, ਉਹਦਾ ਚੌਥਾ ਸਥਾਨ ਆਇਆ ਜਾਂ 10ਵਾਂ ਸਥਾਨ ਆਇਆ, ਤਾਂ ਇਹ ਸਾਨੂੰ ਕ੍ਰਮ ਦੱਸਦੇ ਆ, ਤਾਂ ਕ੍ਰਮਵਾਚੀ ਹੈ। ਤਾਂ ਉਸ ਤੋਂ ਬਾਅਦ ਅਗਲਾ ਜਿਹੜਾ ਹੈਗਾ ਹੈ ਵਿਸ਼ੇਸ਼ਣ ਦੀ ਅਗਲੀ ਕਿਸਮ ਸੰਖਿਆਵਾਚਕ ਦੇ ਵਿੱਚ ਹੀ ਉਹਦੀ ਉਪ ਕਿਸਮ ਹੈ ਜਿਹੜੀ ਨਖੇੜਵਾਚੀ। ਕਹਿੰਦੇ ਉਹ ਵਿਸ਼ੇਸ਼ਣ ਜੋ ਬਹੁਤਿਆਂ ਵਿਸ਼ੇਸ਼ਾਂ ਵਿੱਚੋਂ ਕੁਝ ਕੁ ਨੂੰ ਨਖੇੜ ਕੇ ਦੱਸਣ। ਜਿਹੜੇ ਨਖੇੜ ਕੇ ਦੱਸਦੇ ਆ ਉਹ ਨਖੇੜਵਾਚੀ। ਜਿਵੇਂ 1-1, ਆਪਾਂ ਬਹੁਤ ਸਾਰੇ ਮੁੰਡੇ ਖੜੇ ਹੋਣ, ਆਪਾਂ ਕਹੀਏ ਵੀ 1-1 ਕਰਕੇ ਆ ਜਾਓ ਬਈ ਸਾਰੇ, ਤਾਂ ਉਹ ਨਖੇੜਤਾ ਆਪਾਂ ਬਾਕੀਆਂ ਨਾਲੋਂ। 10-10, 30-30, ਤਾਂ ਆਪਾਂ ਨਖੇੜਨਾ ਹੈ। ਤਾਂ ਜਿਹੜਾ ਨਖੇੜ ਕੇ ਦੱਸਣ ਉਹਨੂੰ ਨਖੇੜਵਾਚੀ। ਉਸ ਤੋਂ ਅੱਗੇ ਕਸਰੀ, ਕਸਰਵਾਚੀ। ਕਸਰਵਾਚੀ ਸ਼ਬਦ ਕਹਿੰਦੇ ਉਹ ਵਿਸ਼ੇਸ਼ਣ ਜੋ ਆਪਣੇ ਵਿਸ਼ੇਸ਼ਾਂ ਦੇ ਹਿੱਸਿਆਂ ਦੀ ਸੰਖਿਆ ਪ੍ਰਗਟ ਕਰਨ, ਜਿਹਦੇ 'ਚ ਕੋਈ ਕਸਰ ਹੋਵੇ। ਅਜੇ ਜਿਵੇਂ ਅੱਧੇ ਨੂੰ ਪੂਰਾ ਹੋਣ ਲਈ ਹਜੇ ਅੱਧੇ ਦੀ ਹੋਰ ਕਸਰ ਹੈ। ਚੌਥਾਈ, ਪੌਣਾ, ਜਿਵੇਂ ਪੌਣਾ ਕਹਿ ਦਈਏ ਆਪਾਂ, ਠੀਕ ਹੈ। ਪੌਣਾ ਜਿਹੜਾ ਉਹ 1 ਤੋਂ ਘੱਟ ਹੁੰਦਾ, ਹਜੇ ਚੌਥਾ ਹਿੱਸਾ ਘੱਟ ਹੁੰਦਾ, ਉਹ 'ਚ ਕਸਰ ਹੈ ਹਜੇ ਪੂਰਾ ਹੋਣ 'ਚ, ਇਸ ਕਰਕੇ ਇਹਨੂੰ ਕਸਰਵਾਚੀ ਕਹਿ ਦਿੰਦੇ ਆ। ਉਸ ਤੋਂ ਬਾਅਦ ਅਗਲੀ ਜਿਹੜੀ ਸਾਡੇ ਕੋਲ ਕਾਇੰਡ ਹੈ, ਉਹਦੀ ਸਬ ਕਾਇੰਡ ਹੈ, ਉਹ ਹੈਗੀ ਹੈ ਜੀ ਗੁਣਵਾਚੀ। ਗੁਣਵਾਚੀ ਨਹੀਂ, ਗੁਣਾਵਾਚੀ। ਗੁਣਵਾਚੀ ਤੇ ਗੁਣਾਵਾਚੀ 'ਚ ਫਰਕ ਹੈ। ਗੁਣਾਵਾਚੀ ਕਹਿੰਦੇ ਉਹ ਵਿਸ਼ੇਸ਼ਣ ਜੋ ਇਹ ਦੱਸੇ ਕਿ ਵਿਸ਼ੇਸ਼ ਵਸਤੂ ਕਿਸੇ ਦੂਜੀ ਵਸਤੂ ਨਾਲੋਂ ਕਿੰਨੇ ਗੁਣਾ ਹੈ। ਜਿਵੇਂ ਦੂਰਾ, ਤੀਰਾ, 10 ਗੁਣਾ, ਇਹ ਸਾਨੂੰ ਗੁਣਾਵਾਚੀ ਜਿਹੜੇ ਸਾਨੂੰ ਉਹਦਾ ਮਲਟੀਪਲਾਈਡ ਬਾਈ ਦੱਸਦੇ ਆ। ਤਾਂ ਉਸ ਤੋਂ ਬਾਅਦ ਅੱਗੇ ਹੈਗਾ ਜੀ ਅਨਿਸ਼ਚਿਤਵਾਚੀ। ਅਨਿਸ਼ਚਿਤਵਾਚੀ ਕਹਿੰਦੇ ਉਹ ਵਿਸ਼ੇਸ਼ਣ ਜੋ ਆਪਣੇ ਵਿਸ਼ੇਸ਼ਾਂ ਦੀ ਪੂਰੀ ਸੰਖਿਆ ਪ੍ਰਗਟ ਕਰੇ। ਜਿਵੇਂ ਸੰਖਿਆ ਪ੍ਰਗਟ ਨਾ ਕਰੇ, ਤੁਸੀਂ ਇਸ ਗੱਲ ਵੱਲ ਧਿਆਨ ਦੇਣਾ ਜੀ। ਉਹ ਵਿਸ਼ੇਸ਼ਣ ਜੋ ਆਪਣੇ ਵਿਸ਼ੇਸ਼ ਦੀ ਪੂਰੀ ਸੰਖਿਆ ਨਾ ਪ੍ਰਗਟ ਕਰੇ, ਪੂਰੀ ਨਾ ਦੱਸੇ, ਸਾਨੂੰ ਸਿਰਫ ਅਨਿਸ਼ਚਿਤ ਹੀ ਹੋਵੇ ਸਾਡੇ ਕੋਲ। ਜਿਵੇਂ ਕਈ, ਬਹੁਤੇ, ਥੋੜੇ, ਕੁਝ, ਮਤਲਬ ਕੁਝ ਵਿਅਕਤੀ ਨੇ, ਆਪਾਂ ਨੂੰ ਪਤਾ ਹੀ ਨਹੀਂ ਵੀ ਕਿੰਨੇ ਵਿਅਕਤੀ ਹੈ, ਉਹਨਾਂ ਦੀ ਐਕਚੁਅਲ ਗਿਣਤੀ ਕਿੰਨੀ ਹੈ। ਤੇ ਇਸ ਕਰਕੇ ਉਹ ਕੀ ਹੋਗੀ, ਅਨਿਸ਼ਚਿਤਵਾਚੀ। ਅਨਿਸ਼ਚਿਤਵਾਚੀ। ਉਸ ਤੋਂ ਅੱਗੇ ਸਮੁੱਚਤਾਵਾਚੀ। ਕਹਿੰਦੇ ਉਹ ਵਿਸ਼ੇਸ਼ਣ ਜੋ ਆਪਣੇ ਵਿਸ਼ੇਸ਼ਾਂ ਦੀ ਸਮੁੱਚੀ ਗਿਣਤੀ ਪੇਸ਼ ਕਰੇ। ਜਿਵੇਂ 10 ਦੇ 10, 5 ਦੇ 5, 100 ਦੇ 100। ਮਤਲਬ ਕਿ ਜਿਵੇਂ ਮੰਨ ਲਓ ਆਪਣੇ ਕੋਲ 10 ਵਿਅਕਤੀ ਖੜਿਆ, 10 ਵਿਦਿਆਰਥੀ ਖੜਿਆ, ਤੁਸੀਂ 10 ਨੂੰ ਬੁਲਾਉਣਾ, ਆਪਾਂ ਕਹੀਏ 10 ਦੇ 10 ਹੀ ਆ ਜਾਓ, ਸਮੁੱਚੇ ਹੀ ਆ ਜਾਓ, ਸਾਰੇ ਹੀ ਆ ਜਾਓ।
ਤਾਂ ਉਹ ਕੀ ਹੋ ਗਈ ਸਮੁੱਚਤਾਵਾਚੀ, ਮਤਲਬ ਅਰਥ ਜਦੋਂ ਅਸੀਂ ਉਹ ਪੜ੍ਹਦੇ ਹਾਂ ਨਾ ਤਾਂ ਉਹਨੂੰ ਸਾਨੂੰ ਪਤਾ ਲੱਗ ਜਾਂਦਾ ਵੀ ਕਿਸ ਕਿਸਮ ਦੇ ਵਿੱਚ ਆਉਂਦਾ। ਜਿਵੇਂ 10 ਦੇ 10 ਆਪਾਂ ਨੂੰ ਪਤਾ ਵੀ 10 ਦੇ 10 ਸਾਰੇ ਬੁਲਾ ਲਏ ਆਪਾਂ, ਠੀਕ ਹੈ, ਤਾਂ ਉਹ ਸਮੁੱਚਤਾ ਹੋ ਗਈ। ਠੀਕ ਹੈ, ਤਾਂ ਆਈ ਥਿੰਕ ਇਹ ਜਿਹੜੀਆਂ 7 ਕਿਸਮਾਂ ਸੀਗੀਆਂ ਉਪ ਕਿਸਮਾਂ, ਇਹ ਤੁਹਾਨੂੰ ਸਮਝ ਆ ਗਈਆਂ ਹੋਣਗੀਆਂ। ਉਸ ਤੋਂ ਅੱਗੇ ਸਾਡੇ ਕੋਲ ਹੈਗਾ ਜੀ ਪ੍ਰਮਾਣਵਾਚੀ। ਪ੍ਰਮਾਣਵਾਚੀ ਜਿਹੜਾ ਵਿਸ਼ੇਸ਼ਣ ਹੈ ਉਹ ਕੀ ਹੁੰਦਾ? ਕਹਿੰਦੇ ਜਿਹੜੇ ਵਿਸ਼ੇਸ਼ਣ ਆਪਣੇ ਵਿਸ਼ੇਸ਼ਾਂ ਦੀ ਮਿਣਤੀ ਜਾਂ ਮਾਪ ਤੋਲ ਬਾਰੇ ਜਾਣਕਾਰੀ ਦੇਣ, ਸਿਰਫ ਮਿਣਤੀ ਦੱਸਣ ਸਾਨੂੰ ਜਾਂ ਮਾਪ ਤੋਲ ਦੱਸਣ, ਉਹ ਕੀ ਹੁੰਦੇ ਨੇ? ਪਰਿਮਾਣਵਾਚਕ ਜਾਂ ਮਿਣਤੀਵਾਚਕ ਵਿਸ਼ੇਸ਼ਣ। ਜਿਵੇਂ ਜਰਾ ਕੁ, ਕਿਲੋ ਭਰ, ਕੁਝ, ਵੱਧ, ਚੋਖਾ, ਬਹੁਤਾ, ਕਿੰਨਾ। ਹੁਣ ਦੇਖੋ ਕੁਝ ਸੀਗਾ ਨਾ ਜਿਹੜਾ ਕੁਝ ਸ਼ਬਦ, ਇਹ ਸੰਖਿਆਵਾਚੀ 'ਚ ਵੀ ਆਇਆ ਸੀਗਾ ਤੇ ਪ੍ਰਮਾਣਵਾਚੀ ਵਿੱਚ ਵੀ ਆਇਆ। ਇਹ ਤੁਹਾਡੇ ਕੋਲ ਜਦੋਂ ਪੇਪਰ ਦੇ ਵਿੱਚ ਤੁਹਾਨੂੰ ਕੁਐਸਚਨ ਆ ਸਕਦਾ ਹੈ, ਜਿਵੇਂ ਕੁਝ ਵਿਦਿਆਰਥੀਆਂ ਨੇ ਭੰਗੜਾ ਪਾਇਆ, ਕੁਝ ਵਿਦਿਆਰਥੀਆਂ ਨੇ ਭੰਗੜਾ ਪਾਇਆ। ਤਾਂ ਹੁਣ ਕੁਝ ਵਿਦਿਆਰਥੀ ਹੈ, ਉਹਨਾਂ ਨੂੰ ਆਪਾਂ ਗਿਣ ਸਕਦੇ ਹਾਂ ਵਿਦਿਆਰਥੀਆਂ ਨੂੰ, ਤਾਂ ਇੱਥੇ ਜਿਹੜਾ ਕੁਝ ਸ਼ਬਦ ਹੋਊਗਾ ਉਹ ਸੰਖਿਆਵਾਚੀ ਵਿਸ਼ੇਸ਼ਣ ਹੋਊਗਾ। ਤੁਹਾਡੇ ਤੋਂ ਪੁੱਛਿਆ ਜਾਊਗਾ ਵੀ ਕੁਝ ਸ਼ਬਦ ਕੀ ਹੈ, ਤਾਂ ਤੁਸੀਂ ਕਹੋਗੇ ਸੰਖਿਆਵਾਚੀ ਵਿਸ਼ੇਸ਼ਣ ਹੈ। ਠੀਕ ਹੈ, ਤੇ ਪਰ ਜੇ ਤੁਹਾਨੂੰ ਪੇਪਰ ਦੇ ਵਿੱਚ ਆ ਜਾਂਦਾ ਹੈ ਕੁਝ ਖੰਡ ਦਿਓ, ਥੋੜੀ ਜਿਹੀ ਖੰਡ, ਕੁਝ, ਤਾਂ ਇੱਥੇ ਕੁਝ ਕੀ ਹੈ? ਪ੍ਰਮਾਣਵਾਚੀ ਹੋ ਜਾਊਗਾ। ਤਾਂ ਇਹ ਤੁਸੀਂ ਧਿਆਨ ਰੱਖਣਾ ਵੀ ਉਹ ਕਿਸ ਮਿਣਤੀ ਵਾਲੀ ਚੀਜ਼ ਦੇ ਨਾਲ ਕੁਝ ਲੱਗਿਆ ਹੈ ਜਾਂ ਇੱਕ ਸੰਖਿਆਵਾਚਕ ਚੀਜ਼ ਦੇ ਨਾਲ ਕੁਝ ਲੱਗਿਆ ਹੈ, ਤਾਂ ਫਿਰ ਅੱਗੇ ਤੁਸੀਂ ਕਲਾਸੀਫਾਈ ਕਰ ਸਕਦੇ ਹੋ ਵੀ ਇਹ ਕੁਝ ਸ਼ਬਦ ਹੈ ਜਿਹੜਾ ਕਿਹਦੇ 'ਚ ਆਊਗਾ। ਅੱਗੇ ਹੁਣ ਇਸ ਦੀਆਂ ਵੀ ਦੋ ਉਪ ਕਿਸਮਾਂ ਨੇ, ਨਿਸ਼ਚਿਤ ਪ੍ਰਮਾਣਵਾਚਕ ਵਿਸ਼ੇਸ਼ਣ ਤੇ ਅਨਿਸ਼ਚਿਤ ਪ੍ਰਮਾਣਵਾਚਕ ਵਿਸ਼ੇਸ਼ਣ। ਨਿਸ਼ਚਿਤ ਜੋ ਅਰਥ ਤੋਂ ਤੁਹਾਨੂੰ ਬਿਲਕੁਲ ਸਪਸ਼ਟ ਹੋ ਚੁੱਕਿਆ ਹੋਊਗਾ, ਕਹਿੰਦੇ ਜੋ ਵਿਸ਼ੇਸ਼ਣ ਆਪਣੇ ਵਿਸ਼ੇਸ਼ਾਂ ਦੀ ਪੂਰੀ ਮਿਣਤੀ ਦੱਸਣ। ਇੱਥੇ ਮਿਣਤੀ ਆਊਗਾ, ਗਿਣਤੀ ਨਹੀਂ ਜੀ, ਇਹ ਤੇ ਗਲਤ ਟਾਈਪਿੰਗ ਮਿਸਟੇਕ ਹੋ ਗਈ। ਤੁਸੀਂ ਜਦੋਂ ਨੋਟਸ ਬਣਾਉਣੇ ਆ ਤਾਂ ਇਹਦੇ ਵਿੱਚ ਮਿਣਤੀ ਲਿਖਣਾ, ਮਿਣਤੀ, ਇਹ ਗਲਤ ਟਾਈਪਿੰਗ ਮਿਸਟੇਕ ਹੈ ਜੀ ਇੱਥੇ। ਤਾਂ ਇੱਥੇ ਕੀ ਆਊਗਾ? ਇੱਥੇ ਆਊਗਾ ਮਿਣਤੀ, ਆਹ ਸ਼ਬਦ ਗਲਤ ਹੈ ਆਪਣੇ ਕੋਲ, ਗਿਣਤੀ ਨਹੀਂ। ਮਾਪ ਤੋਲ ਦੱਸਣ, ਜਿਵੇਂ 2 ਕਿਲੋ, 4 ਮੀਟਰ, ਇਹ ਕੀ ਹੈ? ਸਾਡੇ ਕੋਲ ਨਿਸ਼ਚਿਤ ਪ੍ਰਮਾਣ ਹੈ ਵੀ 2 ਕਿਲੋ ਹੈ ਖੰਡ, ਅਸੀਂ 2 ਕਿਲੋ ਲਿਆਂਦੀ ਹੈ ਤਾਂ ਉਹਦਾ ਇੱਕ ਨਿਸ਼ਚਿਤ ਪ੍ਰਮਾਣ ਹੈ ਸਾਡੇ ਕੋਲ। ਅਨਿਸ਼ਚਿਤ ਪ੍ਰਮਾਣਵਾਚਕ ਵਿਸ਼ੇਸ਼ਣ ਉਹ ਹੁੰਦੇ ਆ ਜੋ ਵਿਸ਼ੇਸ਼ਣ ਆਪਣੇ ਵਿਸ਼ੇਸ਼ਾਂ ਦੀ ਪੂਰੀ ਮਿਣਤੀ, ਇੱਥੇ ਫਿਰ ਮਿਣਤੀ ਕਰ ਲਓ ਬਈ, ਇਹ ਗਲਤ ਵਰਡ ਇੱਥੇ ਪ੍ਰਿੰਟ ਹੋ ਗਏ, ਇੱਥੇ ਤੁਸੀਂ ਮਿਣਤੀ ਸ਼ਬਦ ਯੂਜ਼ ਕਰਨਾ ਹੈ, ਮਿਣਤੀ। ਗਿਣਤੀ ਵਾਲੇ ਤਾਂ ਸੰਖਿਆਵਾਚਕ 'ਚ ਆਉਂਦੇ ਆ, ਇਹ ਮਿਣਤੀ ਹੈ। ਜਾਂ ਮਾਪ ਤੋਲ ਦੱਸਣ, ਕੇਵਲ ਅੰਦਾਜ਼ਾ ਹੀ ਦੱਸਣ, ਪੂਰਾ ਨਾ ਦੱਸਣ, ਜਿਵੇਂ ਜਰਾ ਕੁ, ਚੋਖਾ, ਢੇਰ ਸਾਰਾ, ਥੋੜਾ, ਇਹ ਸਾਰੇ ਕੀ ਆ ਗਏ? ਮਿਣਤੀਵਾਚਕ, ਯਾਨੀ ਕਿ ਅਨਿਸ਼ਚਿਤ ਮਿਣਤੀਵਾਚਕ ਜਿਹੜੇ ਵਿਸ਼ੇਸ਼ਣ ਆ ਗਏ। ਤਾਂ ਅੱਗੇ ਤੁਸੀਂ ਦੇਖੋ ਕੀ ਲਿਖਿਆ, ਇੱਕ ਪ੍ਰਮਾਣਵਾਚਕ ਵਿਸ਼ੇਸ਼ਣ ਇੱਕ ਵਚਨ ਹੁੰਦੇ ਹਨ, ਜਿਵੇਂ ਬਹੁਤ, ਕਿੰਨਾ, ਚੋਖਾ, ਇਹ ਇੱਕ ਵਚਨ ਹੀ ਹੁੰਦੇ ਆ। ਠੀਕ ਹੈ, ਪਰ ਜੇਕਰ ਬਹੁ ਵਚਨ ਹੋਣ ਤਾਂ ਉਹ ਸੰਖਿਆਵਾਚਕ ਵਿਸ਼ੇਸ਼ਣ ਹੁੰਦੇ ਆ, ਮਿਣਤੀ ਨਹੀਂ। ਇੱਥੇ ਫਿਰ ਮਿਣਤੀ ਇਹਨਾਂ ਨੇ ਗਲਤ ਲਿਖਤਾ, ਕਹਿੰਦੇ ਜੇ ਤਾਂ ਇੱਕ ਵਚਨ ਹੈ ਤਾਂ ਬਹੁਤ ਹੈ, ਇੱਕ ਵਚਨ ਹੈ ਤਾਂ ਉਹ ਕੀ ਹੋਊਗਾ? ਪ੍ਰਮਾਣਵਾਚਕ ਆਊਗਾ। ਜੇ ਸੰਖਿਆਵਾਚਕ ਹੈ ਤਾਂ ਬਹੁਤੇ, ਕਿੰਨੇ, ਚੋਖੇ, ਥੋੜੇ, ਇਹ ਸੰਖਿਆਵਾਚਕ ਹੋਣਗੇ। ਇਹ ਵੀ ਇੱਕ ਵਧੀਆ ਮਤਲਬ ਕਲਾਸੀਫਾਈ ਕਰਨ ਦਾ ਤਰੀਕਾ ਹੈ ਕਿ ਇੱਕ ਵਚਨ ਤੇ ਬਹੁ ਵਚਨ ਨੂੰ ਅਸੀਂ ਧਿਆਨ 'ਚ ਰੱਖ ਲਾਂਗੇ। ਉਸ ਤੋਂ ਬਾਅਦ ਚੌਥੀ ਕਿਸਮ, ਨਿਸ਼ਚੇਵਾਚਕ ਵਿਸ਼ੇਸ਼ਣ। ਕਹਿੰਦੇ ਜਿਹੜੇ ਵਿਸ਼ੇਸ਼ਣ ਆਪਣੇ ਵਿਸ਼ੇਸ਼ਾਂ ਨਾਲ ਇਸ ਤਰ੍ਹਾਂ ਆਉਣ ਕਿ ਉਹਨਾਂ ਵੱਲ ਨਿਸ਼ਚੇ ਨਾਲ ਇਸ਼ਾਰਾ ਕਰਦੇ ਹੋਏ ਉਹਨਾਂ ਨੂੰ ਆਮ ਤੋਂ ਖਾਸ ਬਣਾਉਣ, ਉਹਨਾਂ ਨੂੰ ਨਿਸ਼ਚੇਵਾਚਕ ਵਿਸ਼ੇਸ਼ਣ ਕਹਿੰਦੇ ਹਨ। ਜਿਵੇਂ ਇਹ ਮੁੰਡਾ, ਆਪਣੇ ਸਾਹਮਣੇ ਕੋਈ ਮੁੰਡਾ ਖੜਾ ਹੋਵੇ ਤੇ ਆਪਾਂ ਉਹਦੇ ਵੱਲ ਇਸ਼ਾਰਾ ਕਰਕੇ ਕਹੀਏ ਇਹ ਮੁੰਡਾ, ਉਹ ਕੁਰਸੀ, ਤਾਂ ਇਹਦੇ ਵਿੱਚ ਇਹ ਤੇ ਉਹ ਸ਼ਬਦ ਹੈ। ਇਹ ਕੀ ਹੈ? ਆਪਣੇ ਕੋਲ ਨਿਸ਼ਚੇਵਾਚਕ ਵਿਸ਼ੇਸ਼ਣ ਦੀਆਂ ਦੋ ਕਿਸਮਾਂ ਨੇ ਸਾਡੇ ਕੋਲ। ਤਾਂ ਹੁਣ ਨਿਸ਼ਚੇਵਾਚੀ ਵਿਸ਼ੇਸ਼ਣ ਹੈ ਜਿਹੜਾ, ਇਹਦੀਆਂ ਵੀ ਆਪਣੇ ਕੋਲ ਅੱਗੇ ਦੋ ਕਿਸਮਾਂ ਨੇ। ਉਹ ਦੋ ਕਿਸਮਾਂ ਆਪਾਂ ਡਿਸਕਸ ਕਰਦੇ ਹਾਂ ਵੀ ਕਿਹੜੀਆਂ ਨੇ। ਇੱਕ ਤਾਂ ਹੈਗਾ ਨਿਕਟਵਰਤੀ ਨਿਸ਼ਚੇਵਾਚਕ ਤੇ ਇੱਕ ਹੈਗਾ ਦੂਰਵਰਤੀ ਨਿਸ਼ਚੇਵਾਚਕ। ਇਹ ਗੱਲ ਆਮ ਬੋਲਚਾਲ ਦੀ ਬੋਲੀ 'ਚ ਤੁਹਾਨੂੰ ਬੜੀ ਚੰਗੀ ਤਰ੍ਹਾਂ ਕਲੀਅਰ ਹੈ ਕਿ ਜੇ ਆਪਾਂ ਕਿਸੇ ਨੇੜੇ ਦੀ ਵਸਤੂ ਵੱਲ ਇਸ਼ਾਰਾ ਕਰਕੇ ਕਹਿੰਦੇ ਹਾਂ ਤਾਂ ਆਪਾਂ ਕਹਿੰਦੇ ਹਾਂ ਇਹ ਤੇ ਇਹ, ਤੇ ਜੇ ਆਪਾਂ ਦੂਰ ਦੀ ਵਸਤੂ ਵੱਲ ਇਸ਼ਾਰਾ ਕਰਕੇ ਕਹਿੰਦੇ ਆਪਾਂ ਉਹ ਤੇ ਉਹ। ਇਹ ਤੁਹਾਨੂੰ ਕਲੀਅਰ ਹੈ। ਆਪਣੇ ਨੇੜੇ ਕੋਈ ਮੰਨ ਲਓ ਗਾਂ ਜਾਂ ਮੱਝ ਖੜੀ ਹੈ ਤਾਂ ਇਹ ਗਾਂ ਸਾਡੀ ਹੈ, ਤੇ ਜੇ ਦੂਰ ਖੜੀ ਹੈ ਤਾਂ ਆਪਾਂ ਕਹਾਂਗੇ ਉਹ ਗਾਂ ਸਾਡੀ ਹੈ। ਇਹ ਨਿਕਟਵਰਤੀ ਤੇ ਦੂਰਵਰਤੀ ਨਿਸ਼ਚੇਵਾਚਕ ਵਿਸ਼ੇਸ਼ਣ ਦੇ ਵਿੱਚ ਡਿਫਰੈਂਸ ਹੈ, ਤਾਂ ਇਹ ਤੁਸੀਂ ਧਿਆਨ 'ਚ ਰੱਖਣਾ। ਉਸ ਤੋਂ ਅੱਗੇ ਇਹਨਾਂ ਨੇ ਇੱਕ ਗੱਲ ਹੋਰ ਦਿੱਤੀ ਆਪਾਂ ਨੂੰ, ਉਹ ਵੀ ਆਪਾਂ ਰੀਡ ਕਰ ਲੈਂਦੇ ਹਾਂ। ਕਹਿੰਦੇ ਜਦੋਂ ਇਹ ਉਹ ਇਹਨਾਂ ਉਹ ਆਦਿ ਨਾਮ ਨਾਲ ਨਾਮ ਆਏ ਹੋਣ ਤਾਂ ਉਹ ਨਿਸ਼ਚੇਵਾਚਕ ਪੜਨਾਮ ਹੁੰਦੇ ਹਨ। ਮਤਲਬ ਕਿ ਜੇ ਉਹ ਸ਼ਬਦ ਤੋਂ ਬਾਅਦ ਮੁੰਡਾ ਯਾਨੀ ਕਿ ਨਾਮ ਆ ਗਿਆ ਫਿਰ ਤਾਂ ਇਹ ਹੈਗਾ ਜੀ ਵਿਸ਼ੇਸ਼ਣ, ਤੇ ਜੇ ਉਹ ਸ਼ਬਦ ਤੋਂ ਬਾਅਦ ਆਪਣੇ ਕੋਲ ਨਾਮ ਨਹੀਂ ਹੁੰਦਾ ਤਾਂ ਫਿਰ ਉਹ ਕੀ ਹੈ? ਪੜਨਾਮ ਹੈ ਜੀ, ਨਿਸ਼ਚੇਵਾਚਕ ਪੜਨਾਮ ਹੈ। ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ। ਬਹੁਤ ਵਧੀਆ ਦੱਸਿਆ ਆਪਾਂ ਨੂੰ ਕਿ ਜੇ ਉਹ ਸ਼ਬਦ ਤੋਂ ਬਾਅਦ ਨਾਮ ਸ਼ਬਦ ਯੂਜ਼ ਹੋਇਆ ਹੈ ਤਾਂ ਫਿਰ ਤਾਂ ਉਹ ਨਿਸ਼ਚੇਵਾਚਕ ਵਿਸ਼ੇਸ਼ਣ ਹੈ। ਜੇ
ਉਹ ਸ਼ਬਦ ਤੋਂ ਬਾਅਦ ਪੜਨਾਮ, ਜਿਵੇਂ ਇੱਥੇ ਯੂਜ਼ ਨਹੀਂ ਹੋਇਆ, ਦੇਖੋ ਉਹ ਮੇਰਾ ਮਿੱਤਰ ਹੈ, ਇੱਥੇ ਮੇਰਾ ਨਾਮ ਨਹੀਂ ਹੈਗਾ, ਤਾਂ ਇਹ ਉਹ ਕੀ ਹੈ, ਪੜਨਾਮ ਹੈ, ਇਹ ਇੱਕ ਨਿਸ਼ਚੈਵਾਚਕ ਪੜਨਾਮ ਹੈ। ਤਾਂ ਆਈ ਥਿੰਕ ਇਹ ਡਿਫਰੈਂਸ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। ਅੱਗੇ ਆਪਣੇ ਕੋਲ ਹੈ ਜੀ ਪੜਨਾਮੀ ਵਿਸ਼ੇਸ਼ਣ। ਪੜਨਾਮੀ ਵਿਸ਼ੇਸ਼ਣ ਕੀ ਹੁੰਦੇ ਨੇ? ਕਹਿੰਦੇ ਜਿਹੜੇ ਸ਼ਬਦ ਨਾਮ ਦੇ ਨਾਲ ਆ ਕੇ ਵਿਸ਼ੇਸ਼ਣ ਦਾ ਕੰਮ ਕਰਨ ਵਾਲੇ ਪੜਨਾਮ ਨੂੰ ਪੜਨਾਮੀ ਵਿਸ਼ੇਸ਼ਣ ਕਹਿੰਦੇ ਹਨ। ਜਿਵੇਂ ਕਿਹੜਾ ਮੁੰਡਾ ਆਇਆ ਹੈ, ਤੇ ਇਹਦੇ ਵਿੱਚ ਕਿਹੜਾ ਸ਼ਬਦ ਹੈ, ਇਹ ਪੜਨਾਮੀ ਵਿਸ਼ੇਸ਼ਣ ਹੈ। ਇੱਕ ਪੜਨਾਮ ਵੀ ਹੈ, ਪਰ ਪੜਨਾਮ ਦੇ ਹੋਣ ਦੇ ਨਾਲ ਨਾਲ ਇਹ ਵਿਸ਼ੇਸ਼ਣ ਦਾ ਕੰਮ ਕਰਦਾ, ਉਸ ਮੁੰਡੇ ਦੀ ਵਿਸ਼ੇਸ਼ਤਾ ਦੱਸਦਾ ਹੈ ਨਾ। ਤਾਂ ਪੜਨਾਮੀ ਵਿਸ਼ੇਸ਼ਣ ਹੈ ਜਿਹੜੇ ਅੱਗੇ ਦੋ ਤਰ੍ਹਾਂ ਦੇ ਹੁੰਦੇ ਨੇ, ਮੂਲ ਰੂਪੀ ਪੜਨਾਮੀ ਵਿਸ਼ੇਸ਼ਣ ਤੇ ਉਤਪੰਨ ਰੂਪ ਪੜਨਾਮੀ ਵਿਸ਼ੇਸ਼ਣ। ਕਹਿੰਦੇ ਜਿਹੜੇ ਸ਼ਬਦ ਆਪਣੇ ਮੂਲ ਰੂਪ ਵਿੱਚ ਹੀ ਵਿਸ਼ੇਸ਼ਣ ਹੋਣ ਉਹਨਾਂ ਨੂੰ ਅਸੀਂ ਕੀ ਕਹਿੰਦੇ ਆ? ਮੂਲ ਰੂਪੀ ਪੜਨਾਮੀ ਵਿਸ਼ੇਸ਼ਣ ਕਹਿੰਦੇ ਆ। ਤੇ ਜਿਹੜੇ ਸ਼ਬਦ ਹੈ ਉਤਪੰਨ ਰੂਪ ਵਿੱਚ, ਇਹ ਕਹਿੰਦੇ ਜਿਹੜੇ ਵਿਸ਼ੇਸ਼ਣ ਕਿਸੇ ਪੜਨਾਮ ਤੋਂ ਬਣਨ ਤੇ ਵਿਸ਼ੇਸ਼ਣ ਦਾ ਕੰਮ ਕਰਨ, ਉਹ ਕੀ ਹੁੰਦੇ ਆ? ਉਹ ਸਾਡੇ ਕੋਲ ਹੁੰਦੇ ਆ ਉਤਪੰਨ। ਜਿਵੇਂ ਉਹ ਇੱਕ ਪੜਨਾਮ ਹੀ ਹੈ, ਕਿਹੜੀ ਵੀ ਇੱਕ ਪੜਨਾਮ ਹੈ, ਕੀ ਵੀ ਇੱਕ ਪੜਨਾਮ ਹੈ, ਕੌਣ ਵੀ ਪੜਨਾਮ ਹੈ, ਇਹ ਵੀ ਪੜਨਾਮ ਹੈ, ਪਰ ਉਹ ਦਾ ਅੱਗੇ ਅਸੀਂ ਪੜਨਾਮ ਤੋਂ ਬਣਾਇਆ ਹੈ, ਮੇਰਾ, ਤੇਰਾ, ਤੁਹਾਡਾ, ਇਹ ਅਸੀਂ ਪੜਨਾਮਾਂ ਦੇ ਅਗਲੇ ਰੂਪ ਯੂਜ਼ ਕੀਤੇ ਆ, ਤਾਂ ਇਹ ਉਤਪੰਨ ਹੋ ਗਏ, ਉਹ ਮੂਲ ਰੂਪ ਹੋ ਗਏ, ਪੜਨਾਮ ਦਾ ਮੂਲ ਰੂਪ ਹੈ। ਤਾਂ ਉਸ ਤੋਂ ਅੱਗੇ ਆਪਣੇ ਕੋਲ ਜਿਹੜੀ ਅਗਲੀ ਸਾਡੇ ਕੋਲ ਕਾਇੰਡ ਹੈ ਉਹ ਹੈਗੀ ਜੀ ਸਾਡੇ ਕੋਲ ਕਿਰਿਆ। ਤਾਂ ਹੁਣ ਅੱਗੇ ਆਪਾਂ ਕਿਰਿਆ ਬਾਰੇ ਡਿਸਕਸ ਕਰਦੇ ਹਾਂ। ਤਾਂ ਕਿਰਿਆ ਜਿਹੜੀ ਹੈਗੀ ਹੈ ਉਹ ਕੀ ਹੁੰਦੀ ਹੈ? ਕਹਿੰਦੇ ਜਿਸ ਸ਼ਬਦ ਤੋਂ ਕੁਝ ਕਰਨ, ਹੋਣ, ਬਣਨ, ਵਾਪਰਨ ਆਦਿ ਦਾ ਬੋਧ ਹੋਵੇ ਉਸ ਨੂੰ ਕਿਰਿਆ ਕਹਿੰਦੇ ਨੇ। ਜਿਵੇਂ ਕਰ, ਲਿਖ, ਪੜ੍ਹ, ਡਿੱਗ ਆਦਿ, ਇਹ ਜਿਹੜੀਆਂ ਸਭ ਕਿਰਿਆਵਾਂ ਨੇ, ਠੀਕ ਹੈ। ਤਾਂ ਅਸਲ ਵਿੱਚ ਕਿਰਿਆ ਦੇ ਇਹ ਰੂਪ ਬਹੁਤ ਘੱਟ ਵਰਤੇ ਜਾਂਦੇ ਹਨ। ਆਈ ਥਿੰਕ ਇਹ ਆਪਾਂ ਨੂੰ ਐਕਸਟਰਾ ਪੜ੍ਹਨ ਦੀ ਜ਼ਰੂਰਤ ਨਹੀਂ ਗੀ। ਆਪਾਂ ਅੱਗੇ ਕਿਰਿਆ ਦੀ ਜਿਹੜੀਆਂ ਅੱਗੇ ਵਰਗੀਕਰਨ ਕਰਦੇ ਹਾਂ। ਕਿਰਿਆ ਹੈ ਜਿਹੜੀ ਉਸ ਦੀਆਂ ਕਿਸਮਾਂ ਕਿੰਨੀਆਂ ਹੁੰਦੀਆਂ ਨੇ। ਹੁਣ ਕਿਰਿਆ ਦੀ ਜਿਹੜੀ ਵੰਡ ਹੈ ਨਾ ਉਹ ਕਈ ਪ੍ਰਕਾਰ ਨਾਲ ਕੀਤੀ ਜਾਂਦੀ, ਕਈ ਤਰ੍ਹਾਂ ਦੀ ਵੰਡ ਹੈ। ਸਭ ਤੋਂ ਅਸੀਂ ਪਹਿਲੀ ਵੰਡ ਕਰਦੇ ਹਾਂ, ਪਹਿਲੀ ਪ੍ਰਕਾਰ ਦੀ ਵੰਡ। ਕਹਿੰਦੇ ਇਸ ਵੰਡ ਨੂੰ ਕਿਰਿਆ, ਇਸ ਵੰਡ ਵਿੱਚ ਕਿਰਿਆ ਨੂੰ ਦੋ ਸ਼੍ਰੇਣੀਆਂ ਵਿੱਚ ਰੱਖਿਆ ਜਾਂਦਾ ਹੈ। ਸਭ ਤੋਂ ਪਹਿਲੀ ਪ੍ਰਕਾਰ ਦੀ ਵੰਡ ਹੈ ਜਿਹੜੀ, ਇਹ ਤੁਸੀਂ ਯਾਦ ਰੱਖਣੀ ਹੈ। ਪਹਿਲੀ ਪ੍ਰਕਾਰ ਦੀ ਵੰਡ ਦੇ ਵਿੱਚ ਸਾਡੇ ਕੋਲ ਕਿਰਿਆ ਦੋ ਪ੍ਰਕਾਰ ਦੀਆਂ ਹੁੰਦੀ ਹੈ, ਅਕਰਮਕ ਕਿਰਿਆ ਤੇ ਸਕਰਮਕ ਕਿਰਿਆ। ਸਭ ਤੋਂ ਪਹਿਲਾਂ ਅਸੀਂ ਅਕਰਮਕ ਕਿਰਿਆ ਪੜ੍ਹਦੇ ਹਾਂ। ਅਕਰਮਕ ਤੋਂ ਭਾਵ ਕਰਮ ਤੋਂ ਬਿਨਾਂ। ਅਕਰਮਕ ਦਾ ਮਤਲਬ ਹੈ ਕਰਮ ਤੋਂ ਬਿਨਾਂ। ਜਿਸ ਵਾਕ ਵਿੱਚ ਕਿਰਿਆ ਦਾ ਕਰਤਾ ਤਾਂ ਹੋਵੇ ਪਰ ਕਰਮ ਨਾ ਹੋਵੇ, ਉਸ ਕਿਰਿਆ ਨੂੰ ਅਕਰਮਕ ਕਿਰਿਆ ਕਹਿੰਦੇ ਹਨ। ਜਿਵੇਂ ਰਵੀ ਖੇਡਦਾ ਹੈ, ਲਤਾ ਗਾਉਂਦੀ ਹੈ। ਤਾਂ ਇਹ ਸ਼ਬਦ ਹੈ ਜਿਹੜੇ, ਇਹ ਕੀ ਹੈ? ਅਕਰਮਕ ਕਿਰਿਆ ਹੈ। ਤਾਂ ਮੈਂ ਤੁਹਾਨੂੰ ਇੱਕ ਚੀਜ਼ ਦੱਸੂਗਾ ਇੱਥੇ ਕਿ ਤੁਸੀਂ ਕੁਐਸਚਨ ਪੁੱਛ ਕੇ ਵੇਖਿਆ ਕਰੋ ਵੀ ਜਿਵੇਂ ਜੇ ਉਹਦਾ ਆਨਸਰ ਮਿਲ ਗਿਆ ਤੁਹਾਨੂੰ ਫਿਰ ਤਾਂ ਉਹ ਸਕਰਮਕ ਕਿਰਿਆ ਹੈ, ਜੇ ਆਨਸਰ ਨਹੀਂ ਮਿਲਿਆ ਤਾਂ ਉਹ ਅਕਰਮਕ ਕਿਰਿਆ ਹੈ। ਇਹ ਇੱਕ ਵਾਰੀ ਮੈਂ ਪਹਿਲਾਂ ਤੁਹਾਨੂੰ ਸਕਰਮਕ ਕਿਰਿਆ ਕਰਵਾਵਾਂ, ਫਿਰ ਉਸ ਤੋਂ ਬਾਅਦ ਆਪਾਂ ਉਹ ਮੈਂ ਕੁਐਸਚਨ ਪੁੱਛਦਾ ਤੁਹਾਨੂੰ। ਕਹਿੰਦੇ ਪਹਿਲੇ ਵਾਕ ਵਿੱਚ ਰਵੀ ਕਰਤਾ ਹੈ ਅਤੇ ਕਿਰਿਆ ਖੇਡਦਾ ਹੈ। ਇਹ ਨਹੀਂ ਦੱਸਿਆ ਗਿਆ ਕਿ ਰਵੀ ਕਿਹੜੀ ਖੇਡ ਖੇਡਦਾ ਹੈ, ਅਰਥਾਤ ਕਿਰਿਆ ਦਾ ਕਰਮ ਨਹੀਂ ਹੈਗਾ। ਕੀ ਨਹੀਂ ਹੈਗਾ? ਆਪਣੇ ਕੋਲ ਕਿਰਿਆ ਦਾ ਕਰਮ ਨਹੀਂ ਹੈਗਾ, ਇਸ ਕਰਕੇ ਇਹ ਕੀ ਹੈ? ਸਾਡੇ ਕੋਲ ਅਕਰਮਕ ਕਿਰਿਆ ਹੈ। ਤਾਂ ਹੁਣ ਦੂਸਰੀ ਵੰਡ ਆਪਾਂ ਕਰਦੇ ਹਾਂ। ਤਾਂ ਦੂਸਰੀ ਵੰਡ ਸਾਡੇ ਕੋਲ ਕੀ ਹੈ? ਸਕਰਮਕ ਕਿਰਿਆ। ਕਹਿੰਦੇ ਸਕਰਮਕ ਦਾ ਭਾਵ ਕਰਮ ਸਹਿਤ। ਸਕਰਮਕ ਦਾ ਮਤਲਬ ਹੁੰਦਾ ਵੀ ਉਹਦਾ ਕਰਮ ਹੋਵੇ। ਕਹਿੰਦੇ ਜਿਸ ਵਾਕ ਵਿੱਚ ਕਿਰਿਆ ਦਾ ਕਰਮ ਅਤੇ ਕਰਤਾ ਦੋਵੇਂ ਹੋਣ ਉਸ ਨੂੰ ਸਕਰਮਕ ਕਿਰਿਆ ਕਹਿੰਦੇ ਆ। ਜਿਵੇਂ ਰਵੀ ਹਾਕੀ ਖੇਡਦਾ ਹੈ, ਰਵੀ ਕੀ ਹੋ ਗਿਆ? ਕਰਤਾ, ਕਰਮ ਕੀ ਹੋ ਗਿਆ? ਹਾਕੀ, ਤੇ ਕਿਰਿਆ ਕੀ ਹੋ ਗਈ? ਖੇਡਦਾ। ਲਤਾ ਗੀਤ ਗਾਉਂਦੀ ਹੈ, ਤਾਂ ਲਤਾ ਕੀ ਹੋ ਗਈ? ਕਰਤਾ, ਗੀਤ ਕੀ ਹੋ ਗਿਆ? ਕਰਮ, ਤੇ ਗਾਉਂਦੀ ਕੀ ਹੋ ਗਈ? ਕਿਰਿਆ। ਹੁਣ ਇੱਥੇ ਮੈਂ ਤੁਹਾਨੂੰ ਦੋਨਾਂ 'ਚ ਡਿਫਰੈਂਸ ਦੱਸਦਾ ਵੀ ਜਿਹੜਾ ਮੈਂ ਤੁਹਾਨੂੰ ਪਹਿਲਾਂ ਜ਼ਿਕਰ ਕੀਤਾ ਸੀ ਵੀ ਮੈਂ ਤੁਹਾਡੇ ਤੋਂ ਇੱਕ ਕੁਐਸਚਨ ਪੁੱਛਦਾ, ਉਹ ਕੁਐਸਚਨ ਦੇ ਵਿੱਚ ਜੇ ਤਾਂ ਤੁਹਾਨੂੰ ਆਨਸਰ ਮਿਲ ਜੇ, ਜਿਵੇਂ ਰਵੀ ਕੀ ਖੇਡਦਾ ਹੈ, ਕੀ ਦਾ ਆਨਸਰ ਚਾਹੀਦਾ ਹੈ? ਰਵੀ ਕੀ ਖੇਡਦਾ ਹੈ। ਤਾਂ ਦੂਸਰੀ ਕਿਰਿਆ ਜਿਹੜੀ ਉਹਦੇ ਵਿੱਚ ਤੁਹਾਨੂੰ ਆਨਸਰ ਮਿਲਦਾ ਹੈ ਰਵੀ ਹਾਕੀ ਖੇਡਦਾ। ਹਾਕੀ ਦਾ ਕੀ ਦਾ ਆਨਸਰ ਤੁਹਾਨੂੰ? ਹਾਕੀ ਮਿਲ ਗਿਆ। ਇਟ ਮੀਨਸ ਇਸ ਕਰਮਕ ਕਿਰਿਆ ਹੈ ਜਿਹਦੇ ਵਿੱਚ ਤੁਹਾਨੂੰ ਕੀ ਦਾ ਆਨਸਰ ਹੀ ਨਹੀਂ ਮਿਲਦਾ। ਹੁਣ ਪਹਿਲਾਂ ਦੇ ਵਾਲੇ ਦੇ ਵਿੱਚ ਕੀ ਸੀ? ਰਵੀ ਕੀ ਖੇਡਦਾ ਹੈ, ਰਵੀ ਖੇਡਦਾ ਹੈ, ਰਵੀ ਖੇਡਦਾ ਹੈ, ਬਟ ਸਾਨੂੰ ਕਲੀਅਰ ਨਹੀਂ ਪਤਾ ਵੀ ਉਹ ਖੇਡਦਾ ਕੀ ਹੈ, ਕੀ ਦਾ ਆਨਸਰ ਨਹੀਂ ਮਿਲਿਆ ਸਾਨੂੰ। ਇਟ ਮੀਨਸ ਉਹ ਅਕਰਮਕ ਕਿਰਿਆ। ਤੁਸੀਂ ਸਕਰਮਕ ਤੇ ਅਕਰਮਕ ਨੂੰ ਜਦੋਂ ਪਛਾਣਨਾ ਹੈ ਤਾਂ ਕੁਐਸਚਨ ਕਰਕੇ ਦੇਖਣਾ, ਜੇ ਤੁਹਾਨੂੰ ਕੀ ਦਾ ਆਨਸਰ ਮਿਲ ਜਾਂਦਾ ਹੈ ਜਾਂ ਕਿਹੜੀ ਖੇਡ ਖੇਡਦਾ ਹੈ ਉਹਦਾ ਆਨਸਰ ਮਿਲ ਜਾਂਦਾ ਹੈ ਤਾਂ ਫਿਰ ਤਾਂ ਉਹ ਸਕਰਮਕ ਕਿਰਿਆ, ਜੇ ਉਹਦਾ ਆਨਸਰ ਨਹੀਂ ਮਿਲਦਾ ਤਾਂ ਉਹ ਅਕਰਮਕ ਕਿਰਿਆ। ਹੁਣ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਦੂਜੀ ਪ੍ਰਕਾਰ ਦੀ ਵੰਡ। ਦੂਜੀ ਪ੍ਰਕਾਰ ਦੀ ਵੰਡ ਹੈ ਨਾ ਜਿਹੜੀ, ਉਹਦੇ ਵਿੱਚ ਤਿੰਨ ਕਿਸਮਾਂ ਆਉਂਦੀਆਂ ਨੇ। ਪਹਿਲੀ ਸਧਾਰਨ ਕਿਰਿਆ, ਦੂਜੀ ਪ੍ਰੇਰਨਾਰਥਕ ਕਿਰਿਆ, ਤੀਜੀ ਬਾਰੇ ਆਪਾਂ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਸਧਾਰਨ ਕਿਰਿਆ ਦੇਖਦੇ ਕੀ ਹੁੰਦੇ। ਕਹਿੰਦੇ ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਉਸ ਨੂੰ ਕਰਨ ਵਾਲਾ ਕਰਤਾ ਆਪ ਹੈ, ਉਸ ਕਿਰਿਆ ਨੂੰ ਸਧਾਰਨ ਕਿਰਿਆ ਕਹਿੰਦੇ ਹਨ। ਜਿਵੇਂ ਮੋਹਨ ਨੂੰ ਗੁੱਸਾ ਚੜ੍ਹ ਗਿਆ, ਉਹ ਸਕੂਲ ਵੱਲ ਚੱਲ ਪਏ। ਇਹਨਾਂ ਵਾਕਾਂ ਵਿੱਚ ਚੜ੍ਹ ਗਿਆ ਤੇ ਚੱਲ ਪਏ, ਇਹ ਸਧਾਰਨ ਕਿਰਿਆ ਹੈ ਕਿਉਂਕਿ ਉਹ ਕਰਤਾ ਜਿਹੜਾ ਉਹ ਆਪ ਹੀ ਕਰ ਰਿਹਾ। ਹੁਣ ਅੱਗੇ ਆਪਣੇ ਕੋਲ ਹੈਗੀ ਹੈ ਜੀ ਪ੍ਰੇਰਨਾਰਥਕ ਕਿਰਿਆ।
ਦੂਜੀ ਕਿਸਮ ਕਹਿੰਦੇ ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਉਸ ਨੂੰ ਕਰਨ ਵਾਲਾ ਕਰਤਾ ਆਪ ਨਹੀਂ ਸਗੋਂ ਉਹ ਕਿਰਿਆ ਕਿਸੇ ਹੋਰ ਤੋਂ ਕਰਵਾਈ ਗਈ ਹੈ। ਮਤਲਬ ਕਰਨ ਵਾਲਾ ਆਪ ਨਹੀਂਗਾ, ਉਹ ਕਿਰਿਆ ਕਿਸੇ ਹੋਰ ਤੋਂ ਕਰਵਾਉਂਦਾ, ਤਾਂ ਉਹ ਪ੍ਰੇਰਨਾਰਥਕ ਕਿਰਿਆ। ਜਿਵੇਂ ਮੈਂ ਕਹਿ ਦਿਆਂਗਾ ਕਿ ਉਹ ਮੈਨੂੰ ਸੱਦ ਕੇ ਆਪਣੇ ਘਰ ਖਿਡਾਉਂਦਾ ਹੁੰਦਾ ਸੀ, ਵੀ ਉਹ ਖਿਡਾਉਂਦਾ ਹੁੰਦਾ ਸੀਗਾ, ਤਾਂ ਖਿਡਾਉਂਦਾ ਕੀ ਸੀ ਆ ਗਿਆ ਆਪਣੇ ਕੋਲ ਪ੍ਰੇਰਨਾਰਥਕ ਕਿਰਿਆ। ਮਤਲਬ ਉਹ ਖਿਡਾਉਂਦਾ ਸੀ ਮੈਨੂੰ, ਤਾਂ ਉਹ ਕੰਮ ਆਪਾਂ ਕਿਸੇ ਤੋਂ ਕਰਵਾਉਣੇ ਆ। ਇਸ ਤੋਂ ਬਾਅਦ ਦੋਹਰੀ ਪ੍ਰੇਰਨਾਤਮਕ ਕਿਰਿਆ। ਤਾਂ ਜਿਹੜੀ ਦੋਹਰੀ ਪ੍ਰੇਰਨਾਰਥਕ ਕਿਰਿਆ ਹੈ, ਕਹਿੰਦੇ ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕਰਤਾ ਕਿਸੇ ਦੂਜੇ ਵਿਅਕਤੀ ਨੂੰ ਪ੍ਰੇਰਨਾ ਦੇ ਕੇ ਉਹ ਕਿਰਿਆ ਕਿਸੇ ਤੀਜੇ ਵਿਅਕਤੀ ਤੋਂ ਕਰਵਾਉਂਦਾ ਹੈ, ਤਾਂ ਉਹ ਦੋਹਰੀ ਪ੍ਰੇਰਨਾਤਮਕ ਕਿਰਿਆ ਹੈ। ਕਹਿੰਦੇ ਇਸ ਕਿਰਿਆ ਨੂੰ ਦੋਹਰੀ ਪ੍ਰੇਰਨਾਰਥਕ ਕਿਰਿਆ ਕਿਹਾ ਜਾਂਦਾ ਹੈ। ਜਿਵੇਂ ਪਿਤਾ ਜੀ ਮੈਂ ਚੰਗੇ ਨੰਬਰਾਂ ਵਿੱਚ 10ਵੀਂ ਪਾਸ ਕੀਤੀ ਹੈ, ਹੁਣ ਮੇਰੇ ਲਈ ਨਵੀਂ ਵਰਦੀ ਸਿਲਵਾ ਦਿਓ। ਤਾਂ ਉਹ ਨਵੀਂ ਵਰਦੀ ਜਿਹੜੀ ਸਵਾਉਣ ਬਾਰੇ ਗੱਲ ਕਰ ਰਿਹਾ, ਪਹਿਲਾਂ ਉਹਨੇ ਕੰਮ ਕੀਤਾ ਤਾਂ ਤੀਸਰੇ ਵਿਅਕਤੀ ਤੋਂ ਸਿਲਵਾਊਗਾ, ਸਵਾ ਕੇ ਦਰਜੀ ਤੋਂ ਦਊਗਾ, ਤਾਂ ਤੀਸਰਾ ਵਿਅਕਤੀ ਹੋ ਗਿਆ। ਤਾਂ ਇਹ ਦੋਹਰੀ ਪ੍ਰਕਾਰ ਦੀ ਕਿਰਿਆ ਹੋ ਗਈ। ਉਸ ਤੋਂ ਬਾਅਦ ਆਪਣੇ ਕੋਲ ਦੂਜੀ ਪ੍ਰਕਾਰ ਦੀ ਵੰਡ ਵੀ ਆਪਾਂ ਕਰ ਲਈ। ਹੁਣ ਆਪਾਂ ਕਰਾਂਗੇ ਤੀਜੀ ਪ੍ਰਕਾਰ ਦੀ ਵੰਡ। ਤੀਜੀ ਪ੍ਰਕਾਰ ਦੀ ਵੰਡ ਦੇ ਵਿੱਚ ਕੀ ਹੈ, ਕਹਿੰਦੇ ਇਸ ਵੰਡ ਅਨੁਸਾਰ ਕਿਰਿਆ ਦੇ ਦੋ ਪ੍ਰਕਾਰ ਦੀ ਹੁੰਦੀ ਹੈ। ਹੁਣ ਇਸ ਵੰਡ ਅਨੁਸਾਰ ਵੀ ਕਿਰਿਆ ਦੋ ਪ੍ਰਕਾਰ ਦੀ ਹੁੰਦੀ, ਇਕਹਿਰੀ ਕਿਰਿਆ ਤੇ ਸੰਯੁਕਤ ਕਿਰਿਆ। ਕਹਿੰਦੇ ਇਕਹਿਰੀ ਕਿਰਿਆ ਜਿਸ ਵਾਕ ਵਿੱਚ ਕਿਰਿਆ ਇੱਕ ਸ਼ਬਦ ਦੀ ਹੋਵੇ ਉਸ ਨੂੰ ਇਕਹਿਰੀ ਕਿਰਿਆ ਕਿਹਾ ਜਾਂਦਾ ਹੈ। ਜਿਵੇਂ ਮੈਂ ਪੁਸਤਕ ਪੜ੍ਹੀ, ਉਸ ਨੇ ਆਪਣੇ ਘਰ ਦੀ ਉਸਾਰੀ ਆਪਣੀ ਨਿਗਰਾਨੀ ਹੇਠ ਕਰਵਾਈ। ਇਹ ਇਕਹਿਰੀ ਕਿਰਿਆ ਜਿਹਦੇ ਵਿੱਚ ਪੜ੍ਹੀ ਤੇ ਕਰਵਾਈ, ਇਹ ਇਕਹਿਰੀ ਕਿਰਿਆ ਦੀਆਂ ਕਿਸਮਾਂ ਨੇ। ਹੁਣ ਜਦੋਂ ਆਪਾਂ ਦੂਹਰੀ ਕਿਰਿਆ ਕਰਾਂਗੇ ਫਿਰ ਤੁਹਾਨੂੰ ਇਹ ਜਿਹੜੀ ਕਲੀਅਰ ਹੋ ਜਾਏਗੀ। ਦੂਹਰੀ ਕਿਰਿਆ ਦੇ ਵਿੱਚ ਕੀ ਹੁੰਦਾ ਹੈ, ਸੰਯੁਕਤ ਕਿਰਿਆ। ਜਦੋਂ ਕੋਈ ਕਿਰਿਆ ਇੱਕ ਤੋਂ ਵੱਧ ਸ਼ਬਦਾਂ ਦੇ ਸੰਯੋਗ ਨਾਲ ਬਣੇ ਉਸ ਨੂੰ ਸੰਯੁਕਤ ਕਿਰਿਆ ਕਹਿੰਦੇ ਆ। ਕਹਿੰਦੇ ਮੈਂ ਹਰ ਰੋਜ਼ ਖੇਡਿਆ ਕਰਾਂਗਾ, ਤਾਂ ਜਲੰਧਰ ਪੂਰੇ 100 ਕਿਲੋਮੀਟਰਾਂ ਵਿੱਚ ਫੈਲਿਆ ਹੋਇਆ ਹੈ। ਹੁਣ ਖੇਡਿਆ ਕਰਾਂਗਾ ਇਹ ਦੋ ਸ਼ਬਦਾਂ ਤੋਂ ਮਿਲ ਕੇ ਬਣੀ ਹੈ, ਫੈਲਿਆ ਹੋਇਆ ਇਹ ਵੀ ਵੱਧ ਸ਼ਬਦ ਨੇ ਇੱਕ ਤੋਂ, ਤਾਂ ਇਸ ਕਰਕੇ ਇਸ ਨੂੰ ਕੀ ਕਿਹਾ ਜਾਂਦਾ ਹੈ, ਸੰਯੁਕਤ ਕਿਰਿਆ। ਤਾਂ ਹੁਣ ਇਸ ਤੋਂ ਬਾਅਦ ਆਪਣੇ ਕੋਲ ਸਾਥੀਓ ਜਿਹੜੀ ਵੰਡ ਹੈ ਉਹ ਚੌਥੀ ਪ੍ਰਕਾਰ ਦੀ ਵੰਡ ਹੈ। ਤਾਂ ਚੌਥੇ ਪ੍ਰਕਾਰ ਦੀ ਵੰਡ ਹੈ ਜਿਹੜੀ, ਇਸ ਵੰਡ ਅਨੁਸਾਰ ਕਿਰਿਆ ਦੋ ਪ੍ਰਕਾਰ ਦੀ ਹੁੰਦੀ ਹੈ, ਇੱਕ ਮੂਲ ਕਿਰਿਆ ਤੇ ਇੱਕ ਸਹਾਇਕ ਕਿਰਿਆ। ਉਦਾਹਰਣ ਕਹਿੰਦੇ ਵਿਹਲੇ ਸਮੇਂ ਵਿੱਚ ਵਿਦਿਆਰਥੀ ਹਾਕੀ ਖੇਡਦੇ ਸਨ। ਇਸ ਵਾਕ ਵਿੱਚ ਕਿਰਿਆ ਦੇ ਦੋ ਸ਼ਬਦ ਹਨ, ਖੇਡਦੇ ਸਨ। ਤਾਂ ਆਪਾਂ ਇਹ ਸ਼ਬਦ ਪੜ੍ਹਿਆ, ਖੇਡਦੇ ਜਿਹੜਾ ਸ਼ਬਦ ਹੈ ਉਹਦੇ ਵਿੱਚ ਉਹ ਮੂਲ ਕਿਰਿਆ ਹੈ ਤੇ ਜਿਹੜਾ ਉਹਦਾ ਸਹਾਇਕ ਸ਼ਬਦ ਹੈ ਦੂਸਰਾ ਉਹ ਸਨ ਹੈ। ਤਾਂ ਇਹ ਤੁਹਾਨੂੰ ਸਮਝ ਆ ਗਈ ਹੋਊਗੀ ਕਿ ਮੂਲ ਕਿਰਿਆ ਔਰ ਸਹਾਇਕ। ਪਹਿਲਾਂ ਖੇਡਦੇ ਸੀਗਾ ਜਿਹੜਾ, ਇਹ ਕੀ ਹੈ, ਮੂਲ ਸ਼ਬਦ ਹੈ, ਯਾਨੀ ਕਿ ਇਸ ਨੂੰ ਮੂਲ ਕਿਰਿਆ ਮੰਨਾਂਗੇ, ਤੇ ਜਿਹੜਾ ਸਨ ਨਾਲ ਉਹ ਕੀ ਹੋਊਗੀ, ਸਹਾਇਕ ਕਿਰਿਆ ਹੋਊਗੀ। ਤਾਂ ਆਈ ਥਿੰਕ ਕਿ ਤੁਹਾਨੂੰ ਇਹ ਟੌਪਿਕ ਹੈ ਜਿਹੜਾ ਕਲੀਅਰ ਹੋ ਗਿਆ ਹੋਵੇਗਾ। ਕਿਰਿਆ ਵਾਲਾ ਟੌਪਿਕ ਹੈ ਜਿਹੜਾ ਥੋੜ੍ਹਾ ਜਿਹਾ ਕੰਪਲੀਕੇਟਡ ਹੈ, ਇਹਨੂੰ ਤੁਹਾਨੂੰ ਇੱਕ ਵਾਰੀ ਦੁਬਾਰਾ ਵੀਡੀਓ ਲਗਾ ਕੇ ਸੁਣਨਾ ਪਵੇਗਾ। ਔਰ ਬਾਕੀ ਜਦੋਂ ਆਪਾਂ ਇਹਦੇ MCQ ਕੁਐਸਚਨ ਲਗਾਵਾਂਗੇ ਤਾਂ ਉਦੋਂ ਤੁਹਾਨੂੰ ਬੜੀ ਚੰਗੀ ਤਰ੍ਹਾਂ ਕਲੀਅਰ ਹੋ ਜਾਊਗਾ। ਅੱਜ ਆਪਣਾ ਜਿਹੜਾ ਵਿਕਾਰੀ ਸ਼ਬਦ ਨੇ ਉਹ ਕੰਪਲੀਟ ਹੋ ਚੁੱਕੇ ਨੇ। ਵਿਕਾਰੀ ਸ਼ਬਦਾਂ ਦੇ ਵਿੱਚ ਆਪਾਂ ਨਾਮ, ਪੜਨਾਮ, ਵਿਸ਼ੇਸ਼ਣ ਤੇ ਕਿਰਿਆ, ਇਹ ਚਾਰ ਚੀਜ਼ਾਂ ਜਿਹੜੀਆਂ ਆਪਾਂ ਕਰ ਚੁੱਕੇ ਹਾਂ। ਇਹ ਚਾਰੇ ਵਿਕਾਰੀ ਸ਼ਬਦ ਹੁੰਦੇ ਨੇ। ਤਾਂ ਇਹ ਆਈ ਥਿੰਕ ਤੁਹਾਨੂੰ ਕਲੀਅਰ ਹੋ ਚੁੱਕੇ ਹੋਣਗੇ। ਤੇ ਬਾਕੀ ਜਦੋਂ ਆਪਾਂ MCQ ਸੈਸ਼ਨ ਲਗਾਵਾਂਗੇ ਉਹਦੇ ਵਿੱਚ ਜਿਹੜੇ ਤੁਹਾਡੇ ਡਾਊਟ ਨੇ ਉਹ ਇਸ ਤੋਂ ਵੀ ਜ਼ਿਆਦਾ ਕਲੀਅਰ ਹੋ ਜਾਣਗੇ। ਤਾਂ ਹੁਣ ਆਪਾਂ ਇਸ ਤੋਂ ਅੱਗੇ ਕੀ ਕਰਾਂਗੇ, ਅਵਿਕਾਰੀ ਸ਼ਬਦ ਕਰਾਂਗੇ। ਜਿਹੜੀ ਨੈਕਸਟ ਵੀਡੀਓ ਹੈ ਆਪਾਂ ਉਹ ਅਵਿਕਾਰੀ ਸ਼ਬਦਾਂ ਦੇ ਬਾਰੇ ਲਗਾਵਾਂਗੇ। ਪਰ ਪਹਿਲਾਂ ਆਪਾਂ ਵਿਕਾਰੀ ਸ਼ਬਦਾਂ ਦੇ ਜਿਹੜੇ ਸ਼ਬਦਬੋਧ ਦੇ ਵਿੱਚ ਵਿਕਾਰੀ ਸ਼ਬਦ ਆਪਾਂ ਕੀਤੇ ਆ ਜਾਂ ਸ਼ਬਦਬੋਧ ਦਾ ਜਿਹੜਾ ਬਾਕੀ ਪਾਰਟ ਕੀਤਾ ਹੋਇਆ ਉਹਦੇ ਆਪਾਂ ਸਭ ਤੋਂ ਪਹਿਲਾਂ MCQ ਲਗਾਵਾਂਗੇ, ਤਾਂ ਕਿ ਜਿਹੜੀ ਸਾਡੀ ਪ੍ਰੈਪਰੇਸ਼ਨ ਹੈ ਜਿਹੜੀ ਉਹ ਹੋਰ ਵਧੀਆ ਹੋ ਸਕੇ। ਔਰ ਅਵਿਕਾਰੀ ਸ਼ਬਦ ਹੈ ਜਿਹੜੇ ਉਹ ਆਪਾਂ ਉਸ ਤੋਂ ਬਾਅਦ ਉਸ ਤੋਂ ਅਗਲੀ ਵੀਡੀਓ ਦੇ ਵਿੱਚ ਅਵਿਕਾਰੀ ਸ਼ਬਦ ਜਿਹੜੇ ਇਹਨਾਂ ਨੂੰ ਫਿਨਿਸ਼ ਕਰਾਂਗੇ। ਤਾਂ MCQ ਜਿਹੜੇ ਹੈਗੇ ਆ ਉਹ ਸਾਰੇ ਸਾਥੀ ਵੀਡੀਓ ਜ਼ਰੂਰ ਲਗਾਇਆ ਕਰੋ, ਤਾਂ ਕਿ ਤੁਹਾਡੀ ਜਿਹੜੀ ਪ੍ਰੈਪਰੇਸ਼ਨ ਹੈ ਬਹੁਤ ਵਧੀਆ ਤਰੀਕੇ ਨਾਲ ਹੋ ਸਕੇ। ਤਾਂ ਆਪਾਂ ਸਟੈਪ ਬਾਏ ਸਟੈਪ ਹੌਲੀ ਹੌਲੀ ਚੱਲ ਰਹੇ ਹਾਂ, ਤਾਂ ਕਿ ਤੁਹਾਡੀ ਜਿਹੜੀ ਗ੍ਰਾਮਰ ਦੇ ਟੌਪਿਕ ਆ ਬਿਲਕੁਲ ਕਲੀਅਰ ਹੋ ਜਾਣ। ਔਰ ਇਹ ਆਪਣੀਆਂ ਵੀਡੀਓ ਪੰਜਾਬੀ ਵਾਲੀਆਂ ਤੋਂ ਬਾਅਦ ਆਪਾਂ ਕੋਈ ਹੋਰ ਸਬਜੈਕਟਾਂ ਦੀਆਂ ਵੀਡੀਓ ਜਿਹੜੀਆਂ 5994 ਦੇ ਲਈ ਉਹ ਵੀ ਸ਼ੁਰੂ ਕਰਾਂਗੇ। ਤਾਂ ਜਿਹੜੇ ਸਾਥੀ ਆਪਣੇ ਚੈਨਲ ਦੇ ਉੱਪਰ ਨਵੇਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਬੈਲ ਆਈਕਨ ਨੂੰ ਪ੍ਰੈਸ ਕਰ ਲਓ, ਤਾਂ ਕਿ ਹਰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਹੈ ਜਿਹੜਾ ਸਮੇਂ ਸਿਰ ਤੁਹਾਡੇ ਤੱਕ ਆ ਸਕੇ ਔਰ ਤੁਸੀਂ ਆਪਣੀ ਪ੍ਰੈਪਰੇਸ਼ਨ ਹੈ ਜਿਹੜੀ ਬਹੁਤ ਵਧੀਆ ਤਰੀਕੇ ਨਾਲ ਕਰ ਸਕੋ। ਬੈਸਟ ਆਫ ਲੱਕ ਸਾਥੀਓ, ਥੈਂਕ ਯੂ ਵੈਰੀ ਮਚ।